देखो खालिस्तान का नाम लैके अजकल इंडिया ਦੇ ਵਿੱਚ सिर्फ सिक्का ਨੂੰ थ्रैट ਕੀਤਾ ਜਾਂਦਾ। अजे तक किसी ਨੂੰ ਇਹ नहीं पता खालिस्तान है की चीज़। ਇਹ ਲੋਕ ਖਾਲਸਾਈ ਰਾਜ ਦੀ ਮੰਗ ਕਰਦੇ ਨੇ, ਇਹ ਕੋਈ ਜੁਰਮ ਨਹੀਂ ਬਣਦਾ, ਇਹ ਹਰ ਕਿਸੇ ਦਾ ਅਧਿਕਾਰ ਹੈ। ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਮਹੂਰੀਅਤ ਦੇ ਸੰਬੰਧ ਦੇ ਵਿੱਚ ਕਿ ਖਾਲਸਾ ਰਾਜ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਖਾਸ ਕਰ ਯਾਦ ਹੋਊਗਾ ਕਿ ਖਾਲਸਾ ਰਾਜ ਦੇ ਵਿੱਚ 12 ਸਾਲ ਬਾਅਦ ਵੀ ਰੂੜੀ ਦੇ ਵੀ ਭਾਗ ਜੱਗ ਜਾਂਦੇ ਸੀਗੇ। ਲੇਕਿਨ ਘੱਟ ਗਿਣਤੀ ਕੌਮਾਂ ਨੂੰ ਅੱਜ 75 ਸਾਲ ਹੋ ਗਏ, ਉਹਨਾਂ ਦੀ ਜਮਹੂਰੀਅਤ ਰੂੜੀ ਤੋਂ ਵੀ ਵੱਧ ਹੋ ਗਈ, ਉਹਨਾਂ ਦੇ ਭਾਗ ਅੱਜ ਤੱਕ ਨਹੀਂ ਜਾਗੇ। ਦੇਖੋ 38 ਸਾਲ ਹੋ ਗਏ ਨਸਲ ਕੁਸ਼ੀਆਂ ਦਾ ਇਨਸਾਫ ਨਹੀਂ ਮਿਲਿਆ, 11 ਸਾਲ ਹੋ ਗਏ ਉੱਥੇ ਐਸਜੀਪੀਸੀ ਦੀ ਚੋਣਾਂ ਨਹੀਂ ਹੋਈਆਂ, ਤੇ ਕਿੰਨੇ ਇਹੋ ਜਿਹੇ ਕੇਸ ਨੇ ਜਿਹੜੇ ਨਸਲ ਕੁਸ਼ੀਆਂ ਟਹਿਰਾਂ ਗਲ 'ਚ ਪਾ ਕੇ ਸਾੜੀਆਂ ਗਈਆਂ, ਮਾਂ ਭੈਣ ਦੀ ਇੱਜ਼ਤਾਂ ਲੁੱਟੀ ਗਈਆਂ। ਸਾਡੇ ਕਹਿੰਦੇ ਦੇ ਮੂੰਹ ਥੱਕ ਗਏ, ਆਵਾਜ਼ ਚੱਕਦੇ ਅਸੀਂ ਲੋਕ ਹੁਣ ਗੂੰਗੇ ਹੋ ਗਏ, ਬੋਲੇ ਹੋ ਗਏ ਆ, ਪਰ ਸਮੇਂ ਦੀ ਹਕੂਮਤਾਂ ਦੇ ਉੱਪਰ ਕੋਈ ਫਰਕ ਨਹੀਂ ਪਿਆ। ਅੱਜ ਜਿਹੜਾ ਪੰਜਾਬ ਦਾ ਬਜ਼ੁਰਗ ਹੈ, ਨੌਜਵਾਨ, ਉਹ ਸਭ ਜਾਗ ਚੁੱਕਾ, ਨਹੀਂ ਤਾਂ ਫਿਰ ਕਿਤੇ ਇਹ ਨਾ ਹੋਵੇ ਸਾਨੂੰ ਆਪਣੀ ਜਮਹੂਰੀਅਤ ਦੇ ਵਾਸਤੇ ਫਿਰ ਸੰਘਰਸ਼ ਲਿਖਣਾ ਪਵੇ। ਕੀ ਸਮਝਦੇ ਹੋ ਕਿਤੇ ਜਿਹੜੀ ਹੈ ਉਹ ਰੇਪਿਸਟ ਤੇ ਮਰਡਰਰਸ ਨੂੰ ਜਿਹੜੀ ਹੈ ਜ਼ਮਾਨਤ ਮਿਲ ਜਾਂਦੀ ਹੈ? ਇੱਕ ਮੰਤਰੀ ਵੱਲੋਂ ਕਿਹਾ ਜਾਂਦਾ ਕਿ ਉਹ ਬ੍ਰਾਹਮਣ ਨੇ, ਇਸ ਕਰਕੇ ਉਹਨਾਂ ਦਾ ਕੋਈ ਦੋਸ਼ ਨਹੀਂ ਹੈ, ਉਹ ਪਾਕ ਸਾਫ਼ ਨੇ। ਕਿਸ ਤਰ੍ਹਾਂ ਲੈਂਦੇ ਸਾਰੇ? ਹਿੰਦੂਤਵਾ ਦੇ ਜਿਹੜੇ ਨਾਮ 'ਚ ਹਿੰਦੂ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ, ਸਨਾਤਨ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਉਹ ਆਪਣਾ ਸਿਆਸੀ ਪੱਖ ਪੂਰਨ ਵਾਸਤੇ 80% ਨੂੰ 20% ਨਾਲ ਲੜਾ ਕੇ ਉਹ ਸਿਰਫ ਰਾਜ ਕਰਨਾ ਚਾਹੁੰਦੇ ਨੇ। ਇਸ ਤੋਂ ਵੱਡਾ ਹੋਰ ਉਦਾਹਰਣ ਕੋਈ ਹੋ ਨਹੀਂ ਸਕਦਾ। ਬਹੁਤ ਆਤ ਜਿਹੜੀ ਜਨਤਾ ਹੈ ਉਹ ਆਪਣੇ ਰੁਝੇਵਿਆਂ 'ਚ ਇੰਨਾ ਕੁ ਫਸੀ ਹੋਈ ਹੈ, ਆਪਣੇ ਰੋਟੀ ਪਾਣੀ ਦੇ ਮਸਲੇ 'ਚ ਇੰਨਾ ਕੁ ਫਸੀ ਹੋਈ ਹੈ ਕਿ ਉਹਦੇ ਕੋਲ ਇੰਨਾ ਟਾਈਮ ਹੀ ਨਹੀਂ ਹੈ, ਚਾਹੇ ਕੋਈ ਵੀ ਇਹੋ ਜਿਹਾ ਕੋਈ ਮਸਲਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੇਰੀ ਗੱਲ ਨੋਟ ਕਰਕੇ ਲੈ ਜਾਓ, ਸਟਾਮ ਲਿਓ, ਮੈਂ ਸਾਈਨ ਕਰਕੇ ਦੇ ਦਿੰਦਾ ਕਿ ਅੱਜ ਜਿਹੜੀ ਜਨਤਾ ਇਹ ਰੋਟੀਆਂ ਦੇ ਮਾਮਲੇ 'ਚ ਉਲਝੀ ਹੋਈ ਹੈ, ਮਹਿੰਗਾਈ ਇੰਨੀ ਵੱਧਦੀ ਜਾ ਰਹੀ ਹੈ, ਰੋਟੀ ਨਹੀਂ ਰਹਿਣੀ। ਜੇਕਰ ਇਸ ਮੁਲਕ ਦਾ ਸ਼੍ਰੀਲੰਕਾ ਨਾ ਬਣਿਆ ਨਾ ਤੇ ਤੁਸੀਂ ਸਾਨੂੰ ਆ ਕੇ ਫੜਨਾ ਨਾ, ਕੁਝ ਸਮਾਂ ਰੁਕ ਜਾਓ। ਇਹ ਕਹਿੰਦੇ ਨਾ ਵੀ ਘੱਟ ਗਿਣਤੀ ਦੀ ਕੁਰਬਾਨੀ ਦੇ ਕੇ 80% ਦਾ ਰਾਜ ਬਣਾਉਣਾ। ਜੇਕਰ 20% ਇਹ ਲੋਕ ਖਤਮ ਹੋ ਗਏ ਤੇ ਉਸ ਤੋਂ ਬਾਅਦ ਨੰਬਰ ਤੇ 80% ਦਾ ਹੀ ਆਊਗਾ। ਅੱਜ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਸਟੇਜ ਲਗਾਈ ਗਈ ਹੈ, ਜਿਸ ਵਿੱਚ ਵਰਲਡ ਡੈਮੋਕ੍ਰੇਸੀ ਡੇ ਯਾਨੀ ਕਿ ਵਿਸ਼ਵ ਜਮਹੂਰੀਅਤ ਦਿਵਸ ਦੇ ਉੱਤੇ ਐਸਜੀਪੀਸੀ ਦੀਆਂ ਚੋਣਾਂ ਜੋ ਪਿਛਲੇ 11 ਵਰ੍ਹਿਆਂ ਤੋਂ ਨਹੀਂ ਹੋਈਆਂ ਹਨ, ਉਸ ਨੂੰ ਵੱਡੇ ਜਿਹੜਾ ਪੱਖ ਦਾ ਜਿਹੜਾ ਰੱਖਿਆ ਜਾ ਰਿਹਾ ਉਸ ਨੂੰ ਕਰਵਾਉਣ ਵਾਸਤੇ। ਨਾਲ ਹੀ 328 ਸਰੂਪ ਜਿਹੜੇ ਹਾਲੇ ਤੱਕ ਜਿਹਦਾ ਸਹੀ ਤਰੀਕੇ ਨਾਲ ਬਿਊਰਾ ਨਹੀਂ ਦਿੱਤਾ ਜਾ ਸਕਿਆ ਸ਼੍ਰੋਮਣੀ ਕਮੇਟੀ ਵੱਲੋਂ, ਉਸ ਦੇ ਬਿਊਰੇ ਦੀ ਵੀ ਮੰਗ ਕੀਤੀ ਗਈ ਹੈ ਤੇ ਹੋਰ ਕਈ ਮੰਗਾਂ ਜਿਹੜੀਆਂ ਹਨ ਉਹ ਰੱਖੀਆਂ ਜਾ ਰਹੀਆਂ ਹਨ। ਇਸ ਸਟੇਜ ਤੇ ਗੱਲਬਾਤ ਚੱਲ ਰਹੀ ਹੈ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਵਾਈਸ ਪ੍ਰੈਜ਼ੀਡੈਂਟ ਫੁਰਕਾਨ ਕੁਰੈਸ਼ੀ ਜੀ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕੀ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਹਨ, ਕਿਹੜੀਆਂ ਘੱਟ ਗਿਣਤੀ ਦੇ ਨਾਲ ਜਿਹੜੇ ਆ ਉਹਨਾਂ ਦੇ ਮੁਤਾਬਕ ਧੱਕੇ ਹੋ ਰਹੇ ਹਨ ਤੇ ਕਿਹੜੀਆਂ ਗੱਲਾਂ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਹਨ। ਹਾਂਜੀ, ਸਵਾਗਤ ਹੈ ਕੁਰੈਸ਼ੀ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੁਰੈਸ਼ੀ ਜੀ, ਅੱਜ ਬੜੀ ਵੱਡੀ ਸਟੇਜ ਲਗਾਈ ਗਈ ਹੈ, ਜਮਹੂਰੀਅਤ ਨੂੰ ਬਹਾਲ ਕਰਨ ਦੀ ਗੱਲ ਕਹੀ ਗਈ ਹੈ। ਕੀ ਹੈ ਉਹ ਜਮਹੂਰੀਅਤ, ਕਿਉਂ ਬਹਾਲ ਨਹੀਂ ਹੋ ਰਹੀ ਹੈ ਤੁਹਾਡੇ ਮੁਤਾਬਕ, ਕੀ ਹੈ ਜੀ? ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਮਹੂਰੀਅਤ ਦੇ ਸੰਬੰਧ ਦੇ ਵਿੱਚ ਕਿ ਖਾਲਸਾ ਰਾਜ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਖਾਸ ਕਰ ਯਾਦ ਹੋਊਗਾ ਕਿ ਖਾਲਸਾ ਰਾਜ ਦੇ ਵਿੱਚ 12 ਸਾਲ ਬਾਅਦ ਵੀ ਰੂੜੀ ਦੇ ਵੀ ਭਾਗ ਜੱਗ ਜਾਂਦੇ ਸੀਗੇ। ਉਹ ਰੂੜੀ ਨੂੰ ਚੱਕ ਕੇ ਵੀ ਖੇਤਾਂ 'ਚ ਸੜ ਦਿੱਤਾ ਜਾਂਦਾ ਸੀਗਾ, ਉੱਤੇ ਹਰੀਆਂ ਫਸਲਾਂ ਦੇ ਨਾਲ ਮਿਲ ਕੇ ਉਹ ਲੋਕਾਂ ਦੇ ਘਰਾਂ 'ਚ ਆ ਕੇ ਭਾਗ ਲੱਗ ਜਾਂਦੇ ਸੀਗੇ। ਲੇਕਿਨ ਘੱਟ ਗਿਣਤੀ ਕੌਮਾਂ ਨੂੰ ਅੱਜ 75 ਸਾਲ ਹੋ ਗਏ, ਉਹਨਾਂ ਦੀ ਜਮਹੂਰੀਅਤ ਰੂੜੀ ਤੋਂ ਵੀ ਵੱਧ ਹੋ ਗਈ, ਉਹਨਾਂ ਦੇ ਭਾਗ ਅੱਜ ਤੱਕ ਨਹੀਂ ਜਾਗੇ। ਦੇਖੋ 38 ਸਾਲ ਹੋ ਗਏ ਨਸਲ ਕੁਸ਼ੀਆਂ ਦਾ ਇਨਸਾਫ ਨਹੀਂ ਮਿਲਿਆ, 11 ਸਾਲ ਹੋ ਗਏ ਉੱਥੇ ਐਸਜੀਪੀਸੀ ਦੀ ਚੋਣਾਂ ਨਹੀਂ ਹੋਈਆਂ, ਤੇ ਕਿੰਨੇ ਇਹੋ ਜਿਹੇ ਕੇਸ ਨੇ ਜਿਹੜੇ ਨਸਲ ਕੁਸ਼ੀਆਂ ਟਹਿਰਾਂ ਗਲ 'ਚ ਪਾ ਕੇ ਸਾੜੀਆਂ ਗਈਆਂ, ਮਾਂ ਭੈਣ ਦੀ ਇੱਜ਼ਤਾਂ ਲੁੱਟੀ ਗਈਆਂ। ਸਾਡੇ ਕਹਿੰਦੇ ਦੇ ਮੂੰਹ ਥੱਕ ਗਏ, ਆਵਾਜ਼ ਚੱਕਦੇ ਅਸੀਂ ਲੋਕ ਹੁਣ ਗੂੰਗੇ ਹੋ ਗਏ, ਬੋਲੇ ਹੋ ਗਏ ਆ, ਪਰ ਸਮੇਂ ਦੀ ਹਕੂਮਤਾਂ ਦੇ ਉੱਪਰ ਕੋਈ ਫਰਕ ਨਹੀਂ ਪਿਆ। ਇਸ ਕਰਕੇ ਅੱਜ ਇਸ ਪਵਿੱਤਰ ਧਰਤੀ ਦੇ ਉੱਪਰ ਅੱਜ ਸਹੀ ਜਮਹੂਰੀਅਤ ਡੇ ਮਨਾ ਕੇ ਇਹ ਉਹਨਾਂ ਨੂੰ ਯਾਦ ਕਰਾ ਰਹੇ ਆ ਕਿ ਜਾਂ ਤਾਂ ਸਾਡੀ ਜਮਹੂਰੀਅਤ ਨੂੰ ਬਹਾਲ ਕਰੋ, ਨਹੀਂ ਤਾਂ ਅੱਜ ਜਿਹੜਾ ਪੰਜਾਬ ਦਾ ਬਜ਼ੁਰਗ ਹੈ, ਨੌਜਵਾਨ, ਉਹ ਸਭ ਜਾਗ ਚੁੱਕਾ, ਨਹੀਂ ਤਾਂ ਫਿਰ ਕਿਤੇ ਇਹ ਨਾ ਹੋਵੇ ਸਾਨੂੰ ਆਪਣੀ ਜਮਹੂਰੀਅਤ ਦੇ ਵਾਸਤੇ ਫਿਰ ਸੰਘਰਸ਼ ਲਿਖਣਾ ਪਵੇ। ਘੱਟ ਗਿਣਤੀ ਦਾ ਹਮੇਸ਼ਾ ਇਹ ਹੋ ਰਿਹਾ ਕਿ ਧੱਕਾ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ, ਚਾਹੇ ਸਰਕਾਰਾਂ ਕੋਈ ਵੀ ਹੋਣ, ਲੇਕਿਨ ਇਹ ਸਰਕਾਰ ਵੱਲ ਜ਼ਿਆਦਾ ਜਿਹੜਾ ਉਹ ਹਿੰਦੂਤਵ ਵੱਲ ਜਿਹੜਾ ਜੋੜਿਆ ਜਾ ਰਿਹਾ, ਹਿੰਦੂਤਵ ਨਾਲ ਜੋੜਿਆ ਜਾ ਰਿਹਾ। ਕੀ ਸਮਝਦੇ ਹੋ ਕਿਤੇ ਜਿਹੜੀ ਹੈ ਉਹ ਰੇਪਿਸਟ ਤੇ ਮਰਡਰਰਸ ਨੂੰ ਜਿਹੜੀ ਹੈ ਜ਼ਮਾਨਤ ਮਿਲ ਜਾਂਦੀ ਹੈ? ਇੱਕ ਮੰਤਰੀ ਵੱਲੋਂ ਕਿਹਾ ਜਾਂਦਾ ਕਿ ਉਹ ਬ੍ਰਾਹਮਣ ਨੇ, ਇਸ ਕਰਕੇ ਉਹਨਾਂ ਦਾ ਕੋਈ ਦੋਸ਼ ਨਹੀਂ ਹੈ, ਉਹ ਪਾਕ ਸਾਫ਼ ਨੇ। ਕਿਸ ਤਰ੍ਹਾਂ ਲੈਂਦੇ ਸਾਰੀ ਗੱਲ? ਜਿਹੜਾ ਹਿੰਦੂਤਵਾ ਅਤੇ ਹਿੰਦੂ ਹੈ, ਇਹ ਦੋਨੇ ਬਹੁਤ ਅਲੱਗ ਚੀਜ਼ਾਂ ਨੇ। ਕੱਟੜਵਾਦ ਜਿਹੜਾ ਉਹ ਸਾਡੇ ਦੇਸ਼ ਨੂੰ, ਇਸ ਮੁਲਕ ਨੂੰ, ਕਿਉਂਕਿ ਮੁਲਕ ਸਾਡਾ ਉਸ ਸਮੇਂ ਦੇ ਦਲਾਲਾਂ ਨੇ ਸਿਆਸਤ ਦੇ ਨਾਮ ਤੇ, ਦੋ ਧਰਮਾਂ ਦੇ ਨਾਮ ਤੇ ਮੁਲਕ ਨੂੰ ਵੰਡ ਕੇ ਰੱਖਤਾ, ਤੇ ਲੱਖਾਂ ਲਾਸ਼ਾਂ ਦੇ ਜਦ ਢੇਰ ਲੱਗੇ ਤੇ ਫਿਰ ਉਹਨਾਂ ਨੂੰ ਕਹਿਣਾ ਪਿਆ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ ਇਸ ਮੁਲਕ 'ਚ ਰਹਿ ਸਕਦੇ ਨੇ। ਤੇ ਉਹ ਵਕਤ ਦੇ ਜਿਹੜੇ ਸਿਆਸਤ ਦੇ ਦਲਾਲ ਸੀਗੇ, ਉਹਨਾਂ ਦੇ ਵਿੱਚੋਂ ਹੀ ਕੁਝ ਲੋਕ ਅੱਜ ਮੁਲਕ ਦੇ ਵਿੱਚ ਬਚੇ ਹੋਏ ਨੇ। ਇਹ ਸਾਰੇ ਕਾਰਨ ਉਹ ਕਰਨੇ ਨੇ ਹਿੰਦੂਤਵਾ ਦੇ ਜਿਹੜੇ ਨਾਮ 'ਚ ਹਿੰਦੂ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ।
ਰਿਹਾ, ਸਨਾਤਨ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਉਹ ਆਪਣਾ ਸਿਆਸੀ ਪੱਖ ਪੂਰਨ ਵਾਸਤੇ 80% ਨੂੰ 20% ਨਾਲ ਲੜਾ ਕੇ ਉਹ ਸਿਰਫ ਰਾਜ ਕਰਨਾ ਚਾਹੁੰਦੇ ਨੇ। ਇਸ ਤੋਂ ਵੱਡਾ ਹੋਰ ਉਦਾਹਰਣ ਕੋਈ ਹੋ ਨਹੀਂ ਸਕਦਾ। ਤੁਸੀਂ ਸਮਝਦੇ ਹੋ ਕਿ ਲੋਕ ਇਸ ਜਿਹੜਾ ਛਲਾਵੇ 'ਚ ਆਣਗੇ? ਕਿਉਂਕਿ ਠੀਕ ਹੈ, ਕੁਝ ਨਾ ਕੁਝ ਜਿਹੜਾ ਅਸੀਂ ਮੀਡੀਆ 'ਚ ਵੇਖਦੇ ਹਾਂ ਕਿ ਕੁਝ ਲੋਕ ਇਹਦੇ ਵਾਸਤੇ ਜਾਂ ਇਹਦੇ ਬਾਰੇ ਚੱਲਦੇ ਨੇ, ਕੁਝ ਪੋਸਟਾਂ ਵੀ ਪੈਂਦੀਆਂ ਸੋਸ਼ਲ ਮੀਡੀਆ 'ਤੇ, ਲੇਕਿਨ ਬਹੁਤ ਆਤ ਜਿਹੜੀ ਜਨਤਾ ਉਹ ਆਪਣੇ ਰੁਝੇਵਿਆਂ 'ਚ ਹੀ ਇੰਨਾ ਕੁ ਫਸੀ ਹੋਈ ਹੈ, ਆਪਣੇ ਰੋਟੀ ਪਾਣੀ ਦੇ ਮਸਲੇ 'ਚ ਇੰਨਾ ਕੁ ਫਸੀ ਹੋਈ ਹੈ ਕਿ ਉਹਦੇ ਕੋਲ ਇੰਨਾ ਟਾਈਮ ਹੀ ਨਹੀਂ ਹੈ, ਚਾਹੇ ਕੋਈ ਵੀ ਇਹੋ ਜਿਹਾ ਕੋਈ ਮਸਲਾ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੇਰੀ ਗੱਲ ਨੋਟ ਕਰਕੇ ਲੈ ਜਾਓ, ਸਟਾਮ ਲਿਓ, ਮੈਂ ਸਾਈਨ ਕਰਕੇ ਦੇ ਦਿੰਦਾ ਕਿ ਅੱਜ ਜਿਹੜੀ ਜਨਤਾ ਇਹ ਰੋਟੀਆਂ ਦੇ ਮਾਮਲੇ 'ਚ ਉਲਝੀ ਹੋਈ ਹੈ, ਮਹਿੰਗਾਈ ਇੰਨੀ ਵੱਧਦੀ ਜਾ ਰਹੀ ਹੈ, ਰੋਟੀ ਨਹੀਂ ਰਹਿਣੀ। ਜੇਕਰ ਇਸ ਮੁਲਕ ਦਾ ਸ਼੍ਰੀਲੰਕਾ ਨਾ ਬਣਿਆ ਨਾ ਤੇ ਤੁਸੀਂ ਸਾਨੂੰ ਆ ਕੇ ਫੜਨਾ ਨਾ, ਕੁਝ ਸਮਾਂ ਰੁਕ ਜਾਓ। ਇਹ ਕਹਿੰਦੇ ਨਾ ਵੀ ਘੱਟ ਗਿਣਤੀਆਂ ਦੀ ਕੁਰਬਾਨੀ ਦੇ ਕੇ 80% ਦਾ ਰਾਜ ਬਣਾਉਣਾ। ਜੇਕਰ 20% ਇਹ ਲੋਕ ਖਤਮ ਹੋ ਗਏ ਤੇ ਉਸ ਤੋਂ ਬਾਅਦ ਨੰਬਰ ਤਾਂ 80% ਦਾ ਹੀ ਆਊਗਾ, ਕਿਉਂਕਿ ਮੁਲਕ ਦੀ ਇਕਨੋਮੀ ਉਹ ਹੱਥੋਂ ਬਾਹਰ ਹੋ ਜੂਗੀ। DGP ਗਿਰ ਕੇ ਉਹ ਧਰਾਤਲ ਤੇ ਆ ਗਈ ਆ, ਫਿਰ ਇਹਨਾਂ ਕੋਲ ਨਾ ਬਚਣ ਜੋਗਾ ਕੁਝ ਹੋਣਾ ਨਾ ਬਚਾਉਣ ਜੋਗਾ ਕੁਝ ਹੋਣਾ। ਇਸ ਦਾ ਸਵਾਲ, ਇਸ ਜਵਾਬ ਇਹ ਕੁਦਰਤ ਦਊਗੀ, ਆਉਣ ਵਾਲਾ ਸਮਾਂ ਦਊਗਾ। ਤੁਸੀਂ ਕੀ ਸਮਝਦੇ ਹੋ ਕਿ ਮਹਿੰਗਾਈ ਜਿਹੜੀ ਇੰਨੀ ਕਿਉਂ ਵੱਧ ਗਈ ਹੈ? ਕੀ ਇਹ ਸਮੇਂ ਦੇ ਨਾਲ ਆਪਣੇ ਆਪ ਵਧੀ ਹੋਈ ਮਹਿੰਗਾਈ ਹੈ ਜਾਂ ਫਿਰ ਕੋਈ ਇਹਦੇ ਵਿੱਚ ਕਿਸੇ ਸਰਕਾਰਾਂ ਦਾ ਜਾਂ ਕਿਸੇ ਏਜੰਸੀਆਂ ਦਾ ਜਿਹੜਾ ਉਹ ਹੱਥ ਹੈ? ਸਰਕਾਰਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਏਜੰਸੀਆਂ ਤੇ ਅੱਜ ਕੱਲ੍ਹ ਦੇਸ਼ ਦੋ ਹੀ ਨੇ। ਜਿਹੜੇ ਪਹਿਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਕਿਸਾਨਾਂ ਨੂੰ 1 ਸਾਲ ਤੱਕ ਬਾਰਡਰ ਤੇ ਬਿਠਾਈ ਰੱਖਿਆ। ਫਿਰ ਜਦ ਉਸ ਤੋਂ ਬਾਅਦ ਪਤਾ ਕਿ ਪੰਜਾਬੀ ਹੁਣ ਜਾਗ ਗਿਆ, ਜਿਨ੍ਹਾਂ ਨੇ ਜ਼ੁਲਮ ਨਾਲ ਟੱਕਰੇ ਲਿੱਤੇ ਆ, ਜਿਨ੍ਹਾਂ ਨੇ ਮੁਗਲੇ ਭਜਾਤੇ, ਜਿਨ੍ਹਾਂ ਨੇ ਅੰਗਰੇਜ਼ ਭਜਾਤੇ, ਹੁਣ ਉਹ ਸਿੱਧੇ ਹੋ ਗਏ। ਫਿਰ ਇਹਨਾਂ ਨੇ ਕਾਨੂੰਨ ਵਾਪਸ ਲਏ ਨੇ ਤੇ ਉਹ ਕਾਨੂੰਨ ਕਿਹਨਾਂ ਦੇ ਹੱਕ 'ਚ ਸੀ? ਉਹ 2 ਬੰਦਿਆਂ ਦੇ ਹੱਕ 'ਤੇ ਵਿੱਚ ਸੀ। ਤੇ ਜਿਹੜੀ ਭਾਜਪਾ ਦੀ ਸਰਕਾਰ ਹੈ ਇਹ ਸਿਰਫ 2 ਬੰਦਿਆਂ ਨੂੰ ਅਮੀਰ ਬਣਾ ਕੇ ਤੇ ਬਾਕੀਆਂ ਨੂੰ ਗਰੀਬ ਬਣਾ ਦੇਣਾ ਚਾਹੁੰਦੀ ਹੈ, ਜਿਹਦਾ ਸਾਰਾ ਉਦਾਹਰਣ ਅੱਜ ਸਾਰੇ ਦੇ ਸਾਹਮਣੇ ਤੇ ਸਾਰੇ ਦੇਖ ਰਹੇ ਨੇ। ਗੈਸ ਦੀ ਕੀਮਤ ਕਿੱਥੇ ਪਹੁੰਚ ਗਈ ਹੈ, ਆਟੇ ਦੀ ਕੀਮਤ ਕਿੱਥੇ ਪਹੁੰਚ ਗਈ ਹੈ, ਨਮਕ ਦੀ ਕੀਮਤ ਕਿੱਥੇ ਪਹੁੰਚ ਗਈ ਹੈ। ਤੇ ਭਾਈ ਸਾਹਿਬ, ਜੇਕਰ ਇਹ 20% ਮਰਨਗੇ ਤੇ 80% ਕਿਹੜਾ ਬਚ ਜਾਣਗੇ? ਉਹਨਾਂ ਨੂੰ ਤਾਂ ਮਹਿੰਗਾਈ ਦਾ ਸਵਾਦ ਚੱਖਣਾ ਹੀ ਪੈਣਾ ਵਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੀ ਪਲੈਨਿੰਗ ਹੈ? ਤੁਸੀਂ ਵਾਈਸ ਪ੍ਰੈਜ਼ੀਡੈਂਟ ਹੋ ਕੌਮੀ, ਕੀ ਪਲੈਨਿੰਗ ਹੈ ਕਿ ਜਿਹਦੇ ਨਾਲ ਕਿ ਲੋਕਾਂ ਨੂੰ ਰਿਲੀਫ ਮਿਲੇ? ਇੱਕ ਆਪਾਂ ਸਟੇਟ ਦੀ ਗੱਲ ਕਰਦੇ ਹਾਂ, ਫ੍ਰੀ ਸਟੇਟ ਦੀ, ਲੇਕਿਨ ਇਸ ਵੇਲੇ ਲੋਕਾਂ ਨੂੰ ਫ੍ਰੀ ਸਟੇਟ ਨਹੀਂ ਚਾਹੀਦੀ। ਉਹਨਾਂ ਨੂੰ ਜਿਹੜਾ ਰੋਜ਼ਗਾਰ ਚਾਹੀਦਾ, ਉਹਨਾਂ ਨੂੰ ਜਿਹੜਾ ਕੰਫਰਟ ਚਾਹੀਦਾ, ਉਹਨੂੰ ਕਿਸ ਤਰ੍ਹਾਂ ਆਪਾਂ ਕਾਊਂਟਰ ਕਰਾਂਗੇ? ਫ੍ਰੀ ਸਟੇਟ 'ਚ ਜਾਂ ਬਗੈਰ ਫ੍ਰੀ ਸਟੇਟ 'ਚੋਂ ਆਪਾਂ ਕਿਸ ਤਰ੍ਹਾਂ ਲੈ ਕੇ ਆਵਾਂਗੇ ਐਜ਼ ਅ ਸ਼੍ਰੋਮਣੀ ਅਕਾਲੀ ਦਲ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਸਿੱਧਾ ਸਿਧਾਂਤ ਹੈ, ਉਹ ਸਿਧਾਂਤ ਹੈ ਸਰਬੱਤ ਦਾ ਭਲਾ ਪੰਥ ਦੇ ਨਾਲ। ਜਿੱਥੇ ਪੰਥ ਤੇ ਪਹਿਰਾ ਦਿੰਦੀ ਹੈ ਤੇ ਪੰਥ ਦੇ ਵਿੱਚ ਤੇ ਗ੍ਰੰਥ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਯੁਗੋ ਯੁਗ ਅਟਲ, ਉਹਦੇ ਵਿੱਚ ਤਾਂ ਸਾਰੀ ਮਨੁੱਖਤਾ ਦੀ ਭਲਾਈ ਹੈ। ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ, ਕਿਸੇ ਕੌਮ ਨੂੰ ਕੋਈ ਮਨਾਹੀ ਨਹੀਂ ਹੈ। ਤੇ ਅਕਾਲੀ ਦਲ ਅੰਮ੍ਰਿਤਸਰ ਤੇ ਇਹ ਤੇ ਪੰਥ ਗ੍ਰੰਥ ਦੇ ਉੱਪਰ ਪਹਿਰਾ ਦੇਣ ਵਾਲੀ ਪਾਰਟੀ ਹੈ। ਤੇ ਅਸਲੀ ਅਕਾਲੀ ਦਲ ਹੁਣ ਲੋਕਾਂ ਨੂੰ ਸਮਝ ਆ ਗਿਆ। ਤੇ ਜਿਹੜੀ ਤੁਸੀਂ ਸਟੇਟ ਦੀ ਗੱਲ ਕਰਦੇ ਹੋ, ਅਸੀਂ ਉਹ ਰਾਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ, ਕਿਉਂਕਿ ਇਹ ਸਾਡਾ ਮੁਲਕ ਹੈ ਤੇ ਅਸੀਂ ਉਹ ਮੁਲਕ ਨੂੰ ਇਹ ਦੱਸਣਾ ਚਾਹੁੰਦੇ ਕਿ ਜਿਹੜਾ ਸਾਡਾ ਮੁਲਕ ਹੈ ਇਹ ਤੇ ਸਰਬੱਤ ਦਾ ਭਲਾ ਚਾਹੁੰਦੇ ਆ। ਇਹਦੀ ਪਹਿਲਾ ਮਿਸਾਲ ਖਾਲਸਾ ਰਾਜ 'ਚ ਜਾ ਕੇ ਦੇਖ ਸਕਦੇ ਹੋ। ਤੇ ਅੱਜ ਫਿਰ ਅਸੀਂ, ਜਦ ਸਾਡਾ ਰਾਜ ਆਊਗਾ ਨਾ ਤਾਂ ਮਹਿੰਗਾਈ ਹੋਊਗੀ, ਨਾ ਹੀ ਕੋਈ ਬੱਚਾ ਜੇਕਰ ਕਿਤੇ ਮੰਦਿਰ 'ਚ ਪਾਣੀ ਪੀਣ ਚੱਲ ਜੂਗਾ ਉਹਨੂੰ ਜਾਨੋਂ ਨਹੀਂ ਮਾਰਿਆ ਜਾਊਗਾ। ਜੇਕਰ ਉਹ ਬੱਚਾ ਕਿਸੇ ਮਾਸਟਰ ਦੇ ਘੜੇ ਦੇ ਵਿੱਚੋਂ ਪਾਣੀ ਪੀ ਲੂਗਾ ਉਹਨੂੰ ਜਾਨੋਂ ਨਹੀਂ ਮਾਰਿਆ ਜਾਊਗਾ। ਸਾਡੇ ਉੱਥੇ ਕੋਈ ਛੂਤ ਛਾਤ ਨਹੀਂ ਹੋਣੀ, ਕੋਈ ਨੀਚ ਊਚ ਨਹੀਂ ਹੋਣੀ, ਕੋਈ ਮਹਿੰਗਾਈ ਨਹੀਂ ਹੋਣੀ। ਜੇਕਰ ਕੋਈ ਗਰੀਬ ਹੋਊਗਾ 24 ਘੰਟੇ ਵਿੱਚ ਖੁੱਲੇ ਲੰਗਰ ਹੋਣੇ ਆ। ਤੁਸੀਂ ਅੱਜ ਵੀ ਦੇਖ ਸਕਦੇ ਹੋ ਗੁਰੂ ਘਰਾਂ 'ਚ ਲੰਗਰ ਲੱਗੇ ਹੋਏ ਨੇ। ਅਸੀਂ ਉਹੀ ਵਿਰਾਸਤ ਚਲਾਉਣੀ ਚਾਹੁੰਦੇ ਆ, ਅਸੀਂ ਉਹੀ ਗੁਰ ਪੈਦਾ ਕਰਨਾ ਚਾਹੁੰਦੇ ਆ ਕਿ ਅੱਜ ਜਿਹੜਾ ਇਹ ਰਾਜ ਹੈ ਆਪਾਂ ਇਸ ਨੂੰ ਇੰਨਾ ਸਾਫ਼ ਸੁਥਰਾ ਬਣਾ ਦਈਏ ਕਿ ਊਚ ਨੀਚ, ਜਾਤ ਪਾਤ, ਧਰਮ, ਵੈਰ ਇਹ ਸਾਰੇ ਖਤਮ ਹੋ ਜਾਣ ਤੇ ਉਸ ਤੋਂ ਬਾਅਦ ਹਰ ਇੱਕ ਇਨਸਾਨ ਇਸ ਮੁਲਕ 'ਚ ਰਹਿਣ ਵਾਲਾ ਸੁਖੀ ਹੋ ਜਾਵੇ। ਅਸੀਂ ਇਸ ਤਰ੍ਹਾਂ ਦੀ ਸਟੇਟ ਚਾਹੁੰਦੇ ਹਾਂ। ਉਹ ਤੇ ਆਲਰੇਡੀ ਚੱਲ ਰਿਹਾ। ਜਿਵੇਂ ਲੰਗਰ ਦੀ ਗੱਲ ਕੀਤੀ ਹੈ ਜਾਂ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਹੈ, ਹਰਿਮੰਦਰ ਸਾਹਿਬ ਦੀ ਗੱਲ ਕਰੀਏ ਤੇ 4 ਦਰਵਾਜ਼ੇ ਬਣੇ ਆ, ਸਾਰਿਆਂ ਵਾਸਤੇ ਖੁੱਲ੍ਹਾ। ਇੱਥੇ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ, ਕਿਸੇ ਨਾਲ ਭੇਦਭਾਵ ਨਹੀਂ ਹੁੰਦਾ। ਉਹ ਤੇ ਆਲਰੇਡੀ ਚੱਲ ਰਿਹਾ। ਜੇ ਮੰਨ ਲਓ ਪੰਜਾਬ ਦੇ ਵਿੱਚ ਆਪਾਂ ਖਾਲਿਸਤਾਨ ਦੀ ਬਜਾਏ ਸਿੱਖ ਰਾਜ ਦੀ ਗੱਲ ਕਰੀਏ ਤੇ ਉਹ ਆਲ ਓਵਰ ਜਿਹੜਾ ਕਿ ਸਿੱਖ ਰਾਜ ਜਿਹੜਾ ਸਰਬੱਤ ਦਾ ਭਲਾ ਮੰਗਦਾ, ਸਾਰਿਆਂ ਨੂੰ ਆਪਣੇ ਕਲਾਵੇ 'ਚ ਲੈਂਦਾ। ਜੇ ਖਾਲਿਸਤਾਨ ਦੀ ਬਜਾਏ ਉਹਦੀ ਗੱਲ ਕਰੀਏ ਵੀ ਸਿੱਖ ਰਾਜ ਲੈ ਕੇ ਆਉਣਾ, ਉਹਨੂੰ ਜਿਹੜੀ ਉਹਦੀ ਚੜ੍ਹਦੀ ਕਲਾ ਦੀ ਉਹਦੇ ਜਿਹੜੀ ਆਈਡੀਓਲੋਜੀ ਆ ਉਹ ਸਾਰੀ ਫੈਲਾ ਕੇ ਲੋਕਾਂ ਨੂੰ ਅਸਲ ਵਿੱਚ ਸਿੱਖ ਰਾਜ ਹੈ ਕੀ ਉਹਨੂੰ ਦੱਸਣਾ, ਉਹਦੇ ਬਾਰੇ ਦੱਸਿਆ ਜਾਊਗਾ ਬਜਾਏ ਖਾਲਿਸਤਾਨ ਦੇ। ਕੀ ਸਮਝਦੇ ਹੋ? ਦੇਖੋ, ਖਾਲਿਸਤਾਨ ਦਾ ਨਾਮ ਲੈ ਕੇ ਅੱਜ ਕੱਲ੍ਹ ਇੰਡੀਆ ਦੇ ਵਿੱਚ ਸਿਰਫ ਸਿੱਖਾਂ ਨੂੰ ਥ੍ਰੈਟ ਕੀਤਾ ਜਾਂਦਾ। ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਖਾਲਿਸਤਾਨ ਹੈ ਕੀ ਚੀਜ਼। ਖਾਲਿਸਤਾਨ ਦੀ ਜਿਹੜੀ ਡੈਫੀਨੇਸ਼ਨ ਹੈ ਪਵਿੱਤਰ ਸਥਾਨ ਦੀ ਹੈ। ਤੇ ਪਵਿੱਤਰ ਸਥਾਨ ਕੀ ਹੁੰਦਾ? ਜਿੱਥੇ ਕਿਸੇ ਨਾਲ ਊਚ ਨੀਚ ਭੇਦਭਾਵ ਨਾ ਹੋਵੇ। ਜਿਸ ਕਿਸੇ ਨੂੰ ਸ਼ੰਕਾ ਪਵਿੱਤਰ ਸਥਾਨ ਬਾਰੇ, ਉਹ ਸਾਡੀ ਪਾਰਟੀ ਦੇ ਦਫ਼ਤਰ ਆ ਸਕਦਾ। ਮੈਂ ਕੌਮੀ ਮੀਤ ਪ੍ਰਧਾਨ ਹਾਂ ਸ਼੍ਰੋਮਣੀ ਅਕਾਲੀ ਦਲ ਸਾਹਿਬ। ਮੇਰਾ ਨੰਬਰ 9814417594 ਆ। ਸਿੱਧਾ ਮੈਨੂੰ ਕੰਟੈਕਟ ਕਰਕੇ ਸਾਡੀ ਪਾਲਿਸੀ
ਨਹੀਂ ਪੁੱਛ ਸਕਦਾ। ਹੁਣ ਸਿਰਫ ਇਹ ਕਹਿ ਦੇਣਾ ਕਿ ਇਹ ਲੋਕ ਸਟੇਟ ਦੀ ਮੰਗ ਕਰਦੇ ਨੇ, ਇਹ ਲੋਕ ਖਾਲਸਾਈ ਰਾਜ ਦੀ ਮੰਗ ਕਰਦੇ ਨੇ, ਇਹ ਕੋਈ ਜੁਰਮ ਨਹੀਂ ਬਣਦਾ। ਇਹ ਹਰ ਕਿਸੇ ਦਾ ਅਧਿਕਾਰ ਹੈ ਅਤੇ ਅਧਿਕਾਰ ਵੀ ਕਿਹੜਾ ਜਿਹੜਾ ਲੋਕਾਂ ਦਾ ਫਾਇਦੇ ਦਾ, ਤੇ ਇਹ 'ਚ ਜੁਰਮ ਕਿੱਥੇ ਆ ਗਿਆ? ਇਹ ਸਿਰਫ ਖਾਲਿਸਤਾਨ ਕਹਿ ਕੇ ਸਿੱਖ ਕਮਿਊਨਿਟੀ ਨੂੰ ਥ੍ਰੈਟ ਕੀਤਾ, ਬੰਦ ਕੀਤਾ ਜਾਵੇ, ਬਿਲਕੁਲ ਨਜਾਇਜ਼ ਤੇ ਗਲਤ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੁਣ ਕੀ ਹੋਏਗੀ, ਕਿਉਂਕਿ ਇਸ ਵੇਲੇ ਮਾਨ ਸਾਹਿਬ ਜਿਹੜੇ ਨੇ ਉਹ ਮਤਲਬ ਐਜ਼ ਅ ਲੋਕ ਸਭਾ ਮੈਂਬਰ ਜਿਹੜਾ ਉਹ ਆਪਣਾ ਕਰ ਰਹੇ ਨੇ, ਕੰਮ ਕਰ ਰਹੇ ਨੇ, ਲੇਕਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਬਹੁਤ ਜ਼ਿਆਦਾ ਜਿਹੜਾ ਵੋਟਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਗਾਰਾ ਨਹੀਂ ਮਿਲਦਾ। ਕਿਸ ਤਰ੍ਹਾਂ ਆਪਣਾ ਹੋਂਦ ਜਿਹੜੀ ਹੈ ਆਪਣੀ ਸ਼੍ਰੋਮਣੀ ਅਕਾਲੀ ਦਲ ਵਧਾਏਗੀ, ਕਿਸ ਤਰ੍ਹਾਂ ਆਪਣਾ ਸੁਨਾਹ ਜਿਹੜਾ ਉਹ ਲੋਕਾਂ ਤੱਕ ਪਹੁੰਚਾਏਗੀ? ਇਹ ਦੋ ਵੱਡੇ ਕੋਟ ਤੇ ਕਲੰਕ ਹੈ ਮੁਸਲਮਾਨ ਜਾਤ ਦੇ ਵਿੱਚ ਤੇ ਸਿੱਖ ਕਮਿਊਨਿਟੀ ਦੇ ਵਿੱਚ ਕਿ ਜਿਹੜਾ ਸਾਡਾ ਬੰਦਾ ਪਹਿਲਾਂ ਅੱਗੇ ਲੰਘ ਜਾਂਦਾ ਉਹਦੇ ਗੋਡੇ ਕਿੱਥੇ ਨਾ ਕਿੱਥੇ ਜਾ ਕੇ ਟਿਕ ਜਾਂਦੇ ਆ ਤੇ ਉਹ ਲੋਕ ਉਹਨਾਂ ਨਾਲ ਮਿਲ ਕੇ ਆਪਣੀ ਹੀ ਕੌਮ ਨੂੰ ਖਾਣ ਲੱਗ ਜਾਂਦੇ ਨੇ। ਬਹੁਤ ਵੱਡੇ ਉਦਾਹਰਣ ਤੁਸੀਂ ਪਿੱਛੇ ਦੇਖੇ ਵੀ ਹੋਣੇ ਆ ਕਿ ਆਰਐਸਐਸ ਨਾਲ ਬੀਜੇਪੀ ਦੇ ਵਿੱਚ ਸਾਰੇ ਸਿੱਖ ਲੀਡਰ ਚਲੇ ਗਏ, ਮੁਸਲਮਾਨ ਲੀਡਰ ਚਲੇ ਗਏ ਤੇ ਆਪਣੀ ਹੋਂਦ ਦੀ ਜੰਗ ਨੂੰ ਭੁੱਲ ਗਏ, ਆਪਣੀ ਹੋਂਦ ਨੂੰ ਬਚਾਉਣਾ। ਇਸੇ ਕਰਕੇ ਉਹਨਾਂ ਲੋਕਾਂ ਨੇ ਹਿੰਦੂ ਰਾਸ਼ਟਰ ਨੂੰ ਆਮ ਕਰਨਾ ਸ਼ੁਰੂ ਕਰਤਾ। ਜੇਕਰ ਖਾਲਿਸਤਾਨ ਕਹਿਣਾ ਜੁਰਮ ਹੈ ਤੇ ਫਿਰ ਹਿੰਦੂ ਰਾਸ਼ਟਰ ਕਹਿਣਾ ਕਿਹੜਾ ਇਹ ਜਾਇਜ਼ ਹੈ? ਇਹ ਵੀ ਤਾਂ ਨਜਾਇਜ਼ ਹੋਣਾ ਚਾਹੀਦਾ ਨਾ। ਤੇ ਜਿਹੜੀ ਸਾਡੀ ਮੰਗਾਂ ਨੇ ਉਹ ਪਬਲਿਕ ਹਿੱਤ ਦੀਆਂ ਨੇ ਤੇ ਅਸੀਂ ਤਾਂ ਕਦੇ ਕਹਿੰਦੇ ਆ ਵੀ ਅਸੀਂ ਸਾਰਿਆਂ ਨੂੰ ਖਤਮ ਕਰ ਦੇਣਾ, ਅਸੀਂ ਤਾਂ ਕਹਿੰਦੇ ਵਸੇਵੇ ਕਰਨੇ ਆ, ਸੁੱਖ ਸ਼ਾਂਤੀ ਨਾਲ ਸਾਰੇ ਰਹਿਣ। ਤੇ ਇੱਕ ਪਾਸੇ ਤੁਸੀਂ ਦੇਖੋਗੇ ਕਿ ਜਿੱਥੇ ਜਿੱਥੇ ਇਹ ਸੰਘੀ ਲੋਕ ਨੇ ਇਹ ਤਲਵਾਰਾਂ, ਕਿਰਪਾਨਾਂ, ਤੋਪ, ਗੋਲੀਆਂ ਲੈ ਕੇ ਆਪਣੇ ਭਾਸ਼ਣਾਂ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਕਿੰਨਾ ਜ਼ਹਿਰ ਉਗਲ ਰਹੇ ਨੇ ਤੇ ਉਹਦੇ ਵੱਲ ਤਾਂ ਕੋਈ ਧਿਆਨ ਨਹੀਂ ਦਿੰਦਾ। ਅੱਜ ਕੱਲ੍ਹ ਜਿਹੜੀ ਗੋਡੀ ਮੀਡੀਆ, ਜੇਕਰ ਤੁਹਾਡੇ ਵਰਗੇ ਨਿਰਪੱਖ ਪੱਤਰਕਾਰ ਨਾ ਹੋਣ ਤੇ ਘੱਟ ਗਿਣਤੀਆਂ ਤੇ ਆਵਾਜ਼ ਹੀ ਕੋਈ ਨਾ ਸੁਣੇ, ਉਹ ਤੁਸੀਂ ਸਾਰਾ ਕੁਝ ਦੇਖ ਰਹੇ ਹੋ, ਸਭ ਸੰਗਤ ਦੇ ਸਾਹਮਣੇ ਆ। ਹੁਣ ਅਕਾਲੀ ਦਲ ਅੰਮ੍ਰਿਤਸਰ ਘਰ ਘਰ ਜਾ ਕੇ ਸਿਰਫ ਲੋਕਾਂ ਨੂੰ ਸਿਰਫ ਹੱਕ ਦੀ ਗੱਲ ਸੁਣਾ ਰਿਹਾ, ਹੱਕ ਦੀ ਗੱਲ ਦੱਸ ਰਿਹਾ। ਇਸ ਕਰਕੇ ਹੁਣ ਅਸੀਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਕੇ ਆਏ ਹਾਂ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਸਮਾਂ ਉਹ ਸੁਨਹਿਰੀ ਸਮਾਂ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਬਣੂਗੀ ਅਤੇ ਸੰਗਤਾਂ ਦਾ ਭਲਾ ਹੋਊਗਾ। ਹੁਣ ਅਗਲੀ ਵਿਉਂਤਬੰਦੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਇਸ ਤੋਂ ਬਾਅਦ ਕੀ ਹੈ? ਅੱਜ ਤੇ ਜਮਹੂਰੀ ਡੇ ਤੇ ਅਸੀਂ ਮਨਾ ਲਿਆ, ਹੁਣ ਅਗਲੀ ਵਿਉਂਤਬੰਦੀ ਕੀ ਰਹੇਗੀ? ਸਰਕਾਰਾਂ ਨੂੰ, ਸਟੇਟ ਨੂੰ, ਸੈਂਟਰ ਨੂੰ ਕਿਸ ਤਰ੍ਹਾਂ ਅਪਰੋਚ ਕੀਤਾ ਜਾਏ? ਕਿਉਂਕਿ ਉਹਦਾ ਇੱਕ ਜਮਹੂਰੀ ਢੰਗ ਹੈ, ਇੱਕ ਜਮਹੂਰੀ ਢੰਗ ਹੈ, ਇੱਕ ਕਾਨੂੰਨ ਢੰਗ ਹੈ, ਇੱਕ ਪੋਲੀਟੀਕਲ ਢੰਗ ਹੈ। ਉਹ ਕਿਸ ਤਰ੍ਹਾਂ ਅਪਣਾਇਆ ਜਾਏਗਾ ਜਿਹਦੇ ਨਾਲ ਕਿ ਜਿਹੜੀਆਂ ਆਪਾਂ ਮੰਗਾਂ ਰੱਖੀਆਂ ਪੂਰੀਆਂ ਹੋ ਸਕਣ? ਜਿਹੜਾ ਕਾਨੂੰਨੀ ਢੰਗ ਹੈ, ਤੁਸੀਂ ਅਦਾਲਤਾਂ ਨੂੰ ਦੇਖ ਸਕਦੇ ਹੋ। ਅਦਾਲਤ ਫੈਸਲਾ ਦੇ ਦਿੰਦੀ ਹੈ ਕਿ ਜਿੱਥੇ ਮਸਜਿਦ ਬਣੀ ਹੋਈ ਸੀ, ਕਿਸੇ ਦੀ ਢਾਕੇ ਨਹੀਂ ਬਣਾਈ ਸੀ, ਸੁਪਰੀਮ ਕੋਰਟ ਦਾ ਜੱਜ ਉੱਥੇ ਮੰਦਿਰ ਬਣਵਾ ਦਿੰਦਾ ਵਾ। ਜਿੱਥੇ 38 ਸਾਲ ਹੋ ਗਏ ਨਸਲ ਕੁਸ਼ੀਆ ਦਾ, ਅਦਾਲਤਾਂ ਤੋਂ ਇਨਸਾਫ ਨਹੀਂ ਮਿਲਿਆ, ਇਹ ਕਾਨੂੰਨ ਹੈ। ਇਸ ਕਰਕੇ ਅੱਜ ਇੱਥੇ ਜਮਹੂਰੀਅਤ ਡੇ ਦੇ ਉੱਪਰ ਅਸੀਂ ਇਹ ਦੱਸਣ ਇਕੱਠੇ ਹੋਏ ਆ ਕਿ ਬੇਸ਼ੱਕ ਪਹਿਲਾਂ ਤਾਂ ਤੁਸੀਂ ਸਾਨੂੰ ਮਾਰਿਆ, ਪਰ ਅਸੀਂ ਹੁਣ ਮਰਨ ਨੂੰ ਤਿਆਰ ਹਾਂ, ਪਰ ਆਪਣੀ ਜਮਹੂਰੀਅਤ ਨੂੰ ਜਿੰਦਾ ਕਰਕੇ ਹਟਾਂਗੇ। ਇੱਕ ਵਾਰਨਿੰਗ ਅਤੇ ਚੇਤਾਵਨੀ ਹੈ। ਅਗਲੀ ਕੀ ਹੁਣ ਅਗਲਾ ਸਟੈਪ ਕੀ? ਅਗਲਾ ਸਟੈਪ ਇਹੀ ਹੈ ਕਿ ਅਸੀਂ ਆਪਣੀ ਜਮਹੂਰੀਅਤ ਹੁਣ ਆਪਣੇ ਹੱਥਾਂ ਨਾਲ ਬਣਾਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਇੱਕ ਇਹੋ ਜਿਹਾ ਰਾਜ ਕਾਇਮ ਕਰੂਗੀ। ਕਿਸ ਤਰ੍ਹਾਂ ਉਹੀ ਮੈਂ ਪੁੱਛ, ਜਿਹਦੇ ਵਿੱਚ ਸਾਰੇ ਸੁਖੀ ਹੋਣਗੇ, ਹਰ ਧਰਮ ਦਾ ਬੰਦਾ ਸੁਖੀ ਹੋਊਗਾ। ਜਿਹਦਾ ਪਹਿਲਾਂ ਵੀ ਖਾਲਸਾ ਰਾਜ ਦੇ ਵਿੱਚ ਸਭ ਦੀ ਹਿਫਾਜ਼ਤ ਕੀਤੀ ਗਈ ਹੈ, ਉਸੇ ਤਰ੍ਹਾਂ ਸਾਰੇ ਸੁਖੀ ਹੋਣਗੇ। ਸਾਡਾ ਮੋਟਿਵ ਕਿਸੇ ਨੂੰ ਵੀ ਤੰਗ ਪਰੇਸ਼ਾਨ ਡਰਾਉਣਾ ਨਹੀਂ ਹੈ, ਸਾਡਾ ਮੋਟਿਵ ਸਭ ਦੀ ਰੱਖਿਆ ਕਰਕੇ ਖੁਸ਼ਹਾਲ ਮੁਲਕ ਬਣਾਉਣਾ ਹੈ। ਨਹੀਂ ਉਹ ਮੈਂ ਸਮਝ ਗਿਆ ਤੁਹਾਡੀ ਪਲੈਨਿੰਗ ਕੀ, ਕਿਸ ਤਰ੍ਹਾਂ ਕਰਾਂਗੇ ਆਪਾਂ, ਲੋਕਾਂ ਤੱਕ ਪਹੁੰਚ ਕਿੱਦਾਂ ਕਰਾਂਗੇ, ਕਿੱਦਾਂ ਰਾਜ ਬਣਾਵਾਂਗੇ? ਅੱਜ ਟੋਟਲ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਰਨੈਲ ਕੌਮੀ ਤੇ ਘੱਟ ਗਿਣਤੀਆਂ ਦੀ ਬੁਲੰਦ ਆਵਾਜ਼ ਉਹ ਪੂਰੇ ਪੰਜਾਬ ਦੇ ਵਿੱਚ ਦੌਰੇ ਕਰਕੇ ਲੋਕਾਂ ਦੇ ਵਿੱਚ ਪਹੁੰਚ ਰਹੇ ਨੇ, ਸਾਰੇ ਅਹੁਦੇਦਾਰ ਪਹੁੰਚ ਰਹੇ ਨੇ। ਸਾਨੂੰ ਬਹੁਤ ਵੱਡਾ ਹੁੰਗਾਰਾ ਭਰਵਾਂ ਮਿਲ ਰਿਹਾ ਤੇ ਸਾਨੂੰ ਉਮੀਦ ਹੈ ਆਉਣ ਵਾਲੇ ਜਿਹੜੇ ਕੌਂਸਲਰ ਦੇ ਇਲੈਕਸ਼ਨ ਹੈ, ਪੰਚਾਇਤ ਦੇ ਇਲੈਕਸ਼ਨ ਹੈ, MP ਦੇ ਇਲੈਕਸ਼ਨ ਹੈ ਤੇ ਫਿਰ ਜਿਹੜੇ CM ਦੇ ਇਲੈਕਸ਼ਨ ਆਉਣਗੇ, ਅਸੀਂ ਵੱਡੀ ਮਾਤਰਾ ਤੇ ਜਿੱਤ ਕੇ ਤੇ ਆਪਣੇ ਮੁਲਕ ਦੀ ਜਿਹੜੀ ਲੀਕ ਹੈ, ਜਿਹੜੇ ਆਪਣੇ ਰਾਜ ਦੀ ਲੀਕ ਹੈ, ਉਸ ਨੂੰ ਸੇਧ ਤੇ ਲੈ ਕੇ ਆਵਾਂਗੇ। ਸੋ ਇਹ ਸੰਜੀ ਫੁਰਕਾਨ ਕੁਰੈਸ਼ੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਦੇ ਵਿੱਚ ਜਮਹੂਰੀਅਤ ਜਿਹੜੀ ਹੈ ਬਹਾਲ ਕੀਤੀ ਜਾਵੇਗੀ ਔਰ ਵੱਡੇ ਮੈਂਡੇਟ ਦੇ ਨਾਲ ਉਹ ਆਉਣ ਵਾਲੀ ਜਿਹੜੀ ਜਨਤਾ ਹੈ ਉਹਨਾਂ ਨੂੰ ਜਿਹੜਾ ਮੈਂਡੇਟ ਦੇਗੀ ਔਰ ਉਹ ਆ ਕੇ ਆਪਣੀਆਂ ਜਿਹੜੀਆਂ ਪਾਲਿਸੀਆਂ ਜਿਹੜੀਆਂ ਉਹ ਲਾਗੂ ਕਰਨਗੀਆਂ। ਉਹਨਾਂ ਨੇ ਵੀ ਕਿਹਾ ਹੈ ਕਿ ਖਾਲਿਸਤਾਨ ਕੋਈ ਅੱਡ ਜਗ੍ਹਾ ਨਹੀਂ ਜਾਂ ਉੱਥੇ ਕੱਟੜਵਾਦ ਦੀ ਜਗ੍ਹਾ ਨਹੀਂ, ਬਲਕਿ ਇੱਕ ਖਾਲਿਸ ਜਗ੍ਹਾ ਹੈ ਜਿਹਦੀ ਗੱਲ ਕੀਤੀ ਜਾ ਰਹੀ ਹੈ ਔਰ ਉਹਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਗੱਲ ਕੁਰੈਸ਼ੀ ਸਾਹਿਬ ਨੇ ਕਹੀ ਹੈ ਜਨਤਾ ਉਹਨੂੰ ਕਿਸ ਤਰ੍ਹਾਂ ਮੰਨਦੀ ਹੈ ਤੇ ਕਿਸ ਤਰ੍ਹਾਂ ਫਤਵਾ ਦਿੰਦੀ ਹੈ। ਕੈਮਰਾਮੈਨ ਗੁਰਦਿਆਲ ਸਿੰਘ ਨਾਲ ਪੰਜਾਬ ਕੇ TV ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।